ਵੀ ਬੇਅੰਤ ਸਿੰਘ ਜਿਹੜੀ ਅਸੀਂ ਆਜ਼ਾਦੀ ਭਾਲਦੇ ਸੀ ਉਹ ਦੇਸ਼ 'ਚ ਆਜ਼ਾਦੀ ਨਹੀਂ। ਇੱਥੇ ਅੰਗਰੇਜ਼ ਚਲੇ ਗਏ, ਗੋਰੇ ਅੰਗਰੇਜ਼ ਚਲੇ ਗਏ ਤੇ ਕਾਲੇ ਆ ਗਏ। ਲੁੱਟ ਖਸੁੱਟ ਉਸੇ ਤਰ੍ਹਾਂ ਆਜ਼ਾਦੀ ਹੈ ਵੀ ਮੈਂ ਪੈਨਸ਼ਨ ਦਾ ਹੱਕਦਾਰ ਨਹੀਂ। ਇਨਕਲਾਬੀ ਫੜੇ ਹੋਣ ਕਰਕੇ ਅੰਗਰੇਜ਼ ਹਕੂਮਤ ਨੂੰ ਇਹ ਸੀ ਵੀ ਅਸੀਂ ਸਾਰੇ ਦਹਿਸ਼ਤ ਪਸੰਦ ਜਾਂ ਇਨਕਲਾਬੀ ਫੜ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ ਨੇ। ਤੇ ਉਸ ਸਮੇਂ ਬਾਬਾ ਜੀ ਹੁਣਾਂ ਨੇ ਇਹ ਐਕਸ਼ਨ ਕਰਕੇ ਇਸ ਅੰਗਰੇਜ਼ ਹਕੂਮਤ ਨੂੰ ਦਿਖਾ ਦਿੱਤਾ ਕਿ ਇਨਕਲਾਬੀਆਂ ਦੀ ਹੋਂਦ ਖਤਮ ਨਹੀਂ ਹੋਈ, ਉਹ ਅਜੇ ਵੀ ਹੈਗੇ ਹਨ। ਜਿਸ ਕਰਕੇ ਭਗਤ ਸਿੰਘ ਹੁਣੀ ਉਹਨਾਂ ਨੂੰ ਇੱਜ਼ਤ ਦਿੰਦੇ ਸਨ, ਮਾਣ ਕਰਦੇ ਸਨ ਉਹਨਾਂ ਤੇ। ਹੁਣ ਅਸੀਂ ਆਪਣੇ ਤੌਰ ਤੇ ਚਲੋ ਬਾਬਾ ਜੀ ਦੇ ਸ਼ਹੀਦੀ ਦਿਨ ਤੇ ਇੱਥੇ ਲਾਉਂਦੇ ਹਾਂ ਆਪਣਾ ਜੋ ਵੀ ਜਿੰਨਾ ਕੁ ਆਪਣੇ ਸਾਰ ਕਰ ਸਕਦੇ ਹਾਂ ਕਰਦੇ ਹਾਂ, ਪਰ ਮਤਲਬ ਪਿੰਡ ਵਿੱਚ ਕਹਿੰਦੇ ਵੀ ਆ ਤਾਂ ਵੀ ਲੋਕ ਉਸ ਤਰ੍ਹਾਂ ਦਾ ਹੁੰਗਾਰਾ ਨਹੀਂ ਦਿੰਦੇ, ਕਿਉਂਕਿ ਵਿਗਿਆਨਕ ਤੌਰ ਤੇ ਉਹ ਵਿਗਿਆਨਕ ਨਜ਼ਰੀਏ ਤੋਂ ਮਤਲਬ ਸਮਾਜ ਨੂੰ ਸੇਧ ਦਿੰਦੇ ਸਨ, ਅਗਾਂਹ ਵਧੂ ਵਿਚਾਰਾਂ ਦੇ ਧਾਰਨੀ ਸਨ। ਪਰ ਸਾਡਾ ਸਮਾਜ, ਸਾਡੀ ਤਰਾਸਦੀ ਹੈ ਜੀ, ਅਸੀਂ ਅੱਜ ਵੀ ਰੂੜੀਵਾਦੀ ਸਮਾਜ ਦੇ ਵਿੱਚ ਹੀ ਬੈਠੇ ਹਾਂ। ਇਹ ਜਿਹੜੇ ਚੰਗੇ ਬੁੱਧੀਜੀਵੀ ਜੋ ਸਮਾਜ ਲਈ ਇੰਨਾ ਸੰਘਰਸ਼ ਕਰਕੇ ਆਪਣੀਆਂ ਜ਼ਿੰਦਗੀਆਂ ਸਾਡੇ ਲਈ ਲੇਖੇ ਲਾ ਗਏ ਤੇ ਸਾਡੇ ਸਮਾਜ ਨੂੰ, ਸਾਡੇ ਪਿੰਡਾਂ ਨੂੰ, ਸਾਡੇ ਏਰੀਏ ਨੂੰ ਉਹਨਾਂ ਬਾਰੇ ਇਲਮ ਨਹੀਂ, ਉਹਨਾਂ ਬਾਰੇ ਜਾਣਕਾਰੀ ਨਹੀਂ, ਜੋ ਕਿ ਇਸ ਘਟੀਆ ਸ਼ਬਦਾਂ ਨਾਲ ਉਹਨਾਂ ਨੂੰ ਸੰਬੋਧਨ ਕਰ ਦਿੰਦੇ ਨੇ। ਉਹਨਾਂ ਦੀ ਇੱਕ ਫੋਟੋ ਆ ਬਲਜੀਤ ਵੀਰ ਜੀ ਉਹਨਾਂ ਦੀ ਲੈ ਕੇ ਮੈਂ ਦੁਕਾਨ ਦੇ ਉੱਤੇ ਲਾਈ ਹੈ, ਜਿਹਨੂੰ ਲੋਕ ਪੁੱਛਦੇ ਨੇ ਵੀ ਹਾਂ ਇਹ ਕੌਣ ਨੇ, ਤਾਂ ਅਸੀਂ ਦੱਸ ਦਈਦਾ ਵੀ ਇਹ ਬਾਬਾ ਜੀ ਨੇ। ਇਹ ਕਹਿੰਦੇ ਨੇ ਕੌਣ ਨੇ, ਫਿਰ ਉਹਨਾਂ ਨੂੰ ਦੱਸੀਦਾ ਇਹ ਸਾਡੇ ਸਾਰਿਆਂ ਦੇ ਬਜ਼ੁਰਗ ਨੇ। ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵੀ ਦਵਿੰਦਰ ਕੌਰ। ਅੱਜ ਸਾਡੀ ਟੀਵੀ ਪੰਜਾਬ ਦੀ ਟੀਮ ਖੰਨਾ ਨੇੜਲੇ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਵਿੱਚ ਪਹੁੰਚੀ ਹੋਈ ਹੈ ਅਤੇ ਇਸ ਵੇਲੇ ਤੁਸੀਂ ਵੇਖ ਰਹੇ ਹੋ ਕਿ ਪਿੱਛੇ ਸਾਡੇ ਇੱਕ ਸਮਾਰਕ ਬਣਿਆ ਹੋਇਆ ਹੈ। ਇਹ ਸਮਾਰਕ ਸ਼ਹੀਦ ਭਗਤ ਸਿੰਘ ਦੇ ਨਾਲ ਜੇਲ੍ਹ ਕੱਟਣ ਵਾਲੇ ਬਾਬਾ ਜੀ ਸਾਹਿਬ ਸਿੰਘ ਸਲਾਣਾ ਹੋਰਾਂ ਦਾ ਹੈ, ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਜੇਲ੍ਹਾਂ ਕੱਟੀਆਂ, ਤਸ਼ੱਦਦ ਸਹੇ, ਰੂਪੋਸ਼ ਰਹੇ ਅਤੇ ਸਭ ਤੋਂ ਵੱਡੀ ਗੱਲ ਕਿ ਲੰਬਾ ਸਮਾਂ ਉਹਨਾਂ ਨੇ ਘੱਟੋ ਘੱਟ 2.5 ਦਹਾਕੇ ਉਹਨਾਂ ਨੇ ਜਲਾਵਤਨੀ ਝੱਲੀ। ਉਹ ਆਪਣੀ ਰਿਆਸਤ ਵਿੱਚੋਂ ਬੇਦਖਲ ਕਰ ਦਿੱਤੇ ਗਏ ਸਨ। ਉਹਨਾਂ ਦੇ ਅਸੀਂ ਉਹਨਾਂ ਦੀ ਕਿਤਾਬ ਵੀ ਵੇਖ ਰਹੇ ਹਾਂ, ਸਾਡੇ ਕੋਲ ਉਹਨਾਂ ਦੀ ਕਿਤਾਬ ਵੀ ਹੈ ਜੋ ਬਾਬਾ ਜੀ ਨੇ ਖੁਦ ਲਿਖੀ ਸੀ। ਅਤੇ ਬਾਬਾ ਜੀ ਦੀ ਸਭ ਤੋਂ ਵੱਡੀ ਗੱਲ ਇਹ ਸੀ ਸਾਹਿਬ ਸਿੰਘ ਹੋਰਾਂ ਦੀ ਕਿ ਉਹਨਾਂ ਨੇ ਆਜ਼ਾਦੀ ਤੋਂ ਬਾਅਦ ਵੀ ਲਗਾਤਾਰ ਜਿਹੜੀਆਂ ਅਸਲ ਆਜ਼ਾਦੀ ਲਈ ਲਹਿਰਾਂ ਚੱਲੀਆਂ, ਜੋ ਸੰਘਰਸ਼ ਹੋਏ, ਲੋਕਾਂ ਨੇ ਲੜੇ, ਉਹ ਉਹਨਾਂ ਵਿੱਚ ਵੀ ਅੱਗੇ ਹੋ ਕੇ ਹਿੱਸਾ ਪਾਉਂਦੇ ਰਹੇ। ਉਦੋਂ ਵੀ ਜੇਲ੍ਹਾਂ ਕੱਟੀਆਂ, ਉਦੋਂ ਵੀ ਤਸ਼ੱਦਦ ਝੱਲੇ ਉਹਨਾਂ ਨੇ ਆਜ਼ਾਦ ਮੁਲਕ ਵਿੱਚ। ਪਰ ਇਸੇ ਦੌਰਾਨ ਫਿਰ ਵੀ ਉਹਨਾਂ ਨੇ ਨਾ ਤਾਂ ਕੋਈ ਪੈਨਸ਼ਨ ਵਰਗਾ ਲਾਭ ਲਿਆ। ਉਹ ਚਾਹੁੰਦੇ ਸਨ ਕਿ ਸਰਕਾਰਾਂ ਨੂੰ ਉਹ ਵਾਰ-ਵਾਰ ਦੱਸਣਾ ਚਾਹੁੰਦੇ ਸਨ ਕਿ ਜੇ ਅਸਲ ਆਜ਼ਾਦੀ ਹੁੰਦੀ ਤਾਂ ਉਹ ਜ਼ਰੂਰ ਆਪਣੇ ਮੁਲਕ ਦੀ ਸਰਕਾਰ ਤੋਂ ਪੈਨਸ਼ਨ ਲੈਂਦੇ, ਸਾਰੇ ਲਾਭ ਲੈਂਦੇ। ਤੇ ਇਹ ਉਹਨਾਂ ਨੇ ਖੁਦ ਹੀ ਆਪਣੀ ਕਿਤਾਬ ਲਿਖੀ ਸੀ, ਇਹ ਸਾਥੀ ਭਗਤ ਸਿੰਘ ਸ਼ਹੀਦ ਦੀ ਸ਼ਹੀਦੀ ਦੇ ਅੱਖੀਂ ਦੇਖੇ ਹਾਲਾਤ ਅਤੇ ਮੇਰੀ ਆਪ ਬੀਤੀ। ਇਹ ਕਾਮਰੇਡ ਸਾਹਿਬ ਸਿੰਘ ਸਲਾਣਾ ਹੋਰਾਂ ਨੇ ਲਿਖੀ ਹੈ। ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਉਹਨਾਂ ਨੇ ਭਾਵੇਂ ਕੋਈ ਬਹੁਤ ਵੱਡੀ ਮੱਲ ਨਹੀਂ ਮਾਰੀ, ਪਰ ਆਪਣੀ ਜ਼ਿੰਦਗੀ ਉਹਨਾਂ ਨੇ ਸਾਰੀ ਦੀ ਸਾਰੀ ਦੇਸ਼ ਸੇਵਾ ਦੇ ਲੇਖੇ ਲਾਈ, ਐਸ਼ ਆਰਾਮ ਤਿਆਗ ਕੇ। ਜੇਲ੍ਹਾਂ ਦੀਆਂ ਕਾਲ ਕੋਠੜੀਆਂ, ਬੇੜੀਆਂ, ਹੱਥਕੜੀਆਂ, ਭੁੱਖ ਹੜਤਾਲਾਂ ਤੇ ਤਸੀਹੇ ਝੱਲੇ, ਕਰੜੀਆਂ ਮੁਸ਼ੱਕਤਾਂ ਕੀਤੀਆਂ ਜੇਲ੍ਹਾਂ ਵਿੱਚ, ਚੱਕੀ, ਕੋਲੂ, ਮੁੰਜ ਕਟਾਈ ਤੇ ਕਾਗਜ਼ ਕਟਾਈ ਆਦਿ ਕਰਦੇ ਰਹੇ। ਇਸੇ ਦੌਰਾਨ ਜਦੋਂ ਉਹਨਾਂ ਨੂੰ ਰੂਪੋਸ਼ ਹੋਣਾ ਪੈਂਦਾ ਸੀ ਤਾਂ ਉਹ ਜੰਗਲਾਂ ਪਹਾੜਾਂ ਵਿੱਚ ਖੂੰਖਾਰ ਜਾਨਵਰਾਂ ਵਿੱਚ ਵੀ ਰਹਿੰਦੇ ਰਹੇ ਹਨ। ਉਹਨਾਂ ਨੇ ਅਕਾਲੀ ਲਹਿਰ ਤੋਂ ਲੈ ਕੇ ਨੌਜਵਾਨ ਸਭਾ ਜਿਸ ਨੂੰ ਸਾਥੀ ਭਗਤ ਸਿੰਘ ਹੋਰਾਂ ਨੇ, ਸ਼ਹੀਦ ਭਗਤ ਸਿੰਘ ਹੋਰਾਂ ਨੇ ਕਾਇਮ ਕੀਤਾ ਸੀ, ਇਨਕਲਾਬੀ ਪਾਰਟੀ, ਪਰਜਾ ਮੰਡਲ ਲਹਿਰ, ਕਾਂਗਰਸ ਅਤੇ ਕਮਿਊਨਿਸਟ ਪਾਰਟੀ ਵਿੱਚ ਜ਼ਿੰਮੇਵਾਰ ਅਹੁਦਿਆਂ 'ਤੇ ਉਹਨਾਂ ਨੇ ਸੇਵਾ ਨਿਭਾਈ ਅਤੇ ਇਸ ਦੇ ਨਾਲ ਹੀ ਅਕਾਲੀ ਲਹਿਰ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਸਾਰੇ ਸਮੇਂ ਦੌਰਾਨ ਉਹਨਾਂ ਦੀ ਕਿਤਾਬ ਦੇ ਮੁਤਾਬਕ ਅਤੇ ਉਹਨਾਂ ਦੇ ਪਰਿਵਾਰ ਦੇ ਜੀਆਂ ਦੇ ਦੱਸਣ ਮੁਤਾਬਕ ਉਹਨਾਂ ਨੇ ਕੁੱਲ 17.5 ਸਾਲ ਕੈਦ ਕੱਟੀ ਤੇ 8 ਸਾਲ ਉਹ ਰੂਪੋਸ਼ ਰਹੇ ਅਤੇ ਲਗਭਗ 25-30 ਸਾਲ ਦੀ ਜਲਾਵਤਨੀ ਕੱਟੀ ਹੈ। ਬਾਬਾ ਜੀ ਦੇ ਕਿਉਂਕਿ ਪਰਿਵਾਰ ਵਿੱਚ ਕੋਈ ਬੱਚਾ ਨਹੀਂ ਸੀ, ਬਾਬਾ ਜੀ ਜਾਂ ਲਗਾਤਾਰ ਜੇਲ੍ਹ ਵਿੱਚ ਰਹੇ ਤੇ ਜਾਂ ਫਿਰ ਰੂਪੋਸ਼ ਜਾਂ ਫਿਰ ਜਲਾਵਤਨ ਰਹੇ। ਸੋ ਇਸ ਕਰਕੇ ਉਹਨਾਂ ਦਾ ਵਿਆਹ ਤਾਂ ਹੋਇਆ ਪਰ ਉਹਨਾਂ ਦੇ ਕੋਈ ਬੱਚਾ ਨਹੀਂ ਸੀ। ਪਰ ਉਹਨਾਂ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਭਰਾ ਦਾ ਪੋਤਰਾ ਬਲਜੀਤ ਸਿੰਘ, ਜਿਨ੍ਹਾਂ ਨਾਲ ਤੁਹਾਡੀ ਅਸੀਂ ਹੁਣ ਇਸ ਵੇਲੇ ਗੱਲ ਕਰਾਉਂਦੇ ਹਾਂ ਤੇ ਨਾਲ ਹੀ ਹੋਰ ਪਿੰਡ ਵਾਸੀਆਂ ਨਾਲ, ਤੇ
ਉਹਨਾਂ ਨੇ ਅਖੀਰਲੀ ਉਮਰੇ ਬਾਬਾ ਜੀ ਨੂੰ ਸਾਂਭਿਆ ਬਲਜੀਤ ਸਿੰਘ ਹੋਰਾਂ ਨੇ। ਬਲਜੀਤ ਸਿੰਘ ਹੋਰਾਂ ਨਾਲ ਆਪਾਂ ਗੱਲ ਕਰਦੇ ਹਾਂ। ਬਲਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ। ਬਹੁਤ ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ। ਹਾਂਜੀ, ਤੇ ਤੁਸੀਂ ਬਾਬਾ ਸਾਹਿਬ ਸਿੰਘ ਸਲਾਣਾ ਬਾਰੇ ਕੀ ਦੱਸੋਗੇ ਸਾਨੂੰ? ਬਾਬਾ ਸਾਹਿਬ ਸਿੰਘ ਸਲਾਣਾ ਜੀ ਨੇ ਜੀ ਉਹਦੇ ਆਜ਼ਾਦੀ ਦੇ ਵਿੱਚ ਬਹੁਤ ਬੜਾ ਯੋਗਦਾਨ ਪਾਇਆ। ਤਕਰੀਬਨ 10ਵੀਂ ਦੇ ਵਿੱਚ ਪੜ੍ਹਦੇ ਸੀ ਜਦ ਇਹਨਾਂ ਨੂੰ ਇਹਦੀ ਆਜ਼ਾਦੀ ਦੀ ਉਹਦੇ ਵਿੱਚ ਚੇਂਗ ਲੱਗੀ ਤੇ ਆਜ਼ਾਦੀ ਦੇ ਵਿੱਚ ਇਹ ਉਦੋਂ ਹੀ ਕੁੱਦ ਪਏ ਜੀ। ਇਹਨਾਂ ਨੂੰ ਇੱਕ ਸਿਆਸੀ ਰੈਲੀ ਵਿੱਚ ਜਾਣ ਕਰਕੇ, ਗੁਣੀਕੇ ਪਿੰਡ ਵਿੱਚ ਸਿਆਸੀ ਰੈਲੀ ਹੋਈ ਸੀ, ਉਦੋਂ ਇਹ ਅਮਲੋ ਸਕੂਲ ਵਿੱਚ 10ਵੀਂ ਜਮਾਤ ਵਿੱਚ ਪੜ੍ਹਦੇ ਸਨ ਤੇ ਉਸ ਰੈਲੀ ਵਿੱਚ ਭਾਗ ਲੈਣ ਕਰਕੇ ਸਕੂਲੋਂ ਕੱਢ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਹੀ ਉਹ ਸਿਆਸੀ ਤੌਰ ਤੇ ਕਾਫੀ ਸਰਗਰਮ ਹੋ ਗਏ ਸਨ। ਆਪਾਂ ਉਹਨਾਂ ਬਾਰੇ ਹੋਰ ਗੱਲਬਾਤ ਕਰਦੇ ਹਾਂ। ਤੁਹਾਡਾ ਨਾਂ ਕੀ ਹੈ ਜੀ, ਸ਼ੁਭ ਨਾਮ? ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ। ਹਾਂ ਗੁਰਵਿੰਦਰ ਜੀ, ਤੁਸੀਂ ਬਾਬਾ ਜੀ ਦੇ ਕੀ ਲੱਗਦੇ ਹੋ? ਮੇਰੇ ਬਾਬਾ ਜੀ ਤਾਂ ਉਮਰ ਬਾਬਾ ਸਾਹਿਬ ਸਿੰਘ ਸਲਾਣਾ ਜੀ ਨਾਲ ਰਹੇ ਨੇ ਤੇ ਇਸ ਕਰਕੇ ਮੈਨੂੰ ਉਹਨਾਂ ਦੀ ਗੋਦੀ ਦਾ ਨਿੱਘ ਮੰਨਣ ਦਾ ਮੌਕਾ ਮਿਲਿਆ ਤੇ ਕਿਤਾਬ ਪੜ੍ਹ ਕੇ ਜਾਂ ਉਹਨਾਂ ਨਾਲ ਵਿਚਰ ਕੇ ਉਹਨਾਂ ਦੇ ਵਿਚਾਰਾਂ ਦਾ ਪ੍ਰਭਾਵ ਕਾਫੀ ਹੱਦ ਤੱਕ ਮੇਰੇ ਤੇ ਹੈਗਾ ਜੀ। ਇਸ ਕਰਕੇ ਮੈਂ ਖਾਸ ਲਗਾਓ ਰੱਖਦਾ ਇਸ ਪਰਿਵਾਰ ਨਾਲ ਤੇ ਇਹਨਾਂ ਦੀ ਇਸ ਸ਼ਖਸੀਅਤ ਨਾਲ, ਬਾਬਾ ਜੀ ਸਾਹਿਬ ਸਿੰਘ ਸਲਾਣਾ ਜੀ ਨਾਲ। ਜੀ ਆਪਾਂ ਬਲਜੀਤ ਜੀ ਨਾਲ ਫੇਰ ਗੱਲ ਕਰਦੇ ਹਾਂ। ਬਲਜੀਤ ਜੀ, ਜਿਸ ਤਰ੍ਹਾਂ ਅਸੀਂ ਤੁਹਾਡੇ ਘਰ ਵੀ ਹੋ ਕੇ ਆਏ ਹਾਂ ਤੇ ਬਾਬਾ ਜੀ ਨੂੰ ਕੋਈ ਪੈਨਸ਼ਨ ਵਗੈਰਾ ਮਿਲੀ ਸੀ ਆਜ਼ਾਦੀ ਤੋਂ ਬਾਅਦ? ਕਿਉਂਕਿ ਉਹਨਾਂ ਦੀ ਘਾਲਣਾ ਤਾਂ ਬਹੁਤ ਵੱਡੀ ਸੀ। ਪੈਨਸ਼ਨ ਦੇਖੋ ਜੀ, ਪੈਨਸ਼ਨ ਵਾਲੇ ਉਹਨੇ ਬੇਅੰਤ ਸਿੰਘ ਨੇ ਬੰਦਾ ਭੇਜਿਆ ਸੀਗਾ ਵੀ ਸਾਹਿਬ ਸਿੰਘ ਤੇਰੀ ਸਾਰੀ ਅਸੀਂ ਪਿਛਲੀ ਅਗਲੀ ਪੈਨਸ਼ਨ ਦੇ ਦਾਂਗੇ, ਪਰ ਇਹਨਾਂ ਨੇ ਬੇਅੰਤ ਸਿੰਘ ਨੂੰ ਮੁੜ ਕੇ ਜਵਾਬ ਦਿੱਤਾ ਵੀ ਬੇਅੰਤ ਸਿੰਘ ਜਿਹੜੀ ਅਸੀਂ ਆਜ਼ਾਦੀ ਭਾਲਦੇ ਸੀ ਉਹ ਦੇਸ਼ 'ਚ ਆਜ਼ਾਦੀ ਨਹੀਂ, ਇੱਥੇ ਅੰਗਰੇਜ਼ ਚਲੇ ਗਏ, ਗੋਰੇ ਅੰਗਰੇਜ਼ ਚਲੇ ਗਏ ਤੇ ਕਾਲੇ ਆ ਗਏ। ਲੁੱਟ ਖਸੁੱਟ ਉਸੇ ਤਰ੍ਹਾਂ ਆਜ਼ਾਦੀ ਹੈ ਵੀ ਮੈਂ ਪੈਨਸ਼ਨ ਦਾ ਹੱਕਦਾਰ ਨਹੀਂ। ਜੇ ਸਾਡੀ ਆਜ਼ਾਦੀ ਆ ਜਾਂਦੀ ਅਸੀਂ ਪੈਨਸ਼ਨ ਜ਼ਰੂਰ ਲੈ ਲੈਂਦੇ ਵੀ ਇੱਥੇ ਗੋਰੇ ਚਲੇ ਗਏ, ਕਾਲੇ ਆ ਗਏ, ਲੁੱਟ ਖਸੁੱਟ ਟੋਕਣੇ ਦੇਸ਼ ਦੀ ਹੋ ਰਹੀ ਹੈ। ਸੋ ਸਾਹਿਬ ਸਿੰਘ ਸਲਾਣਾ ਹੋਰਾਂ ਨੇ ਪੈਨਸ਼ਨ ਨਹੀਂ ਲਈ। ਮੇਰਾ ਖਿਆਲ ਹੈ 1992 ਵਿੱਚ ਜਦੋਂ ਪੰਜਾਬ ਵਿੱਚ ਅੱਤਵਾਦ ਦੇ ਲੰਬੇ ਦੌਰ ਮਗਰੋਂ ਕਾਂਗਰਸ ਦੀ ਸਰਕਾਰ ਬਣੀ ਸੀ, ਸਰਦਾਰ ਬੇਅੰਤ ਸਿੰਘ ਹੋਰਾਂ ਦੀ ਹੋਰੀ ਮੁੱਖ ਮੰਤਰੀ ਬਣੇ ਸੀ, ਤਾਂ ਉਸ ਤੋਂ ਬਾਅਦ ਉਹ ਇੱਥੇ ਪਿੰਡ ਵਿੱਚ ਆਏ ਸੀ, ਰੈਲੀ ਕੀਤੀ ਸੀ ਤਾਂ ਬਾਬਾ ਜੀ ਨੂੰ ਉਹਨਾਂ ਨੇ ਮਾਣ ਤਾਣ ਦਿੱਤਾ, ਬਿਠਾਇਆ ਸਟੇਜ ਤੇ, ਗੱਲਬਾਤ ਕੀਤੀ। ਉਹ ਪੈਨਸ਼ਨ ਤਾਂ ਲਾਉਣਾ ਚਾਹੁੰਦੇ ਸੀ ਪਰ ਬਾਬਾ ਜੀ ਨੇ ਗੁੱਸੇ ਵਿੱਚ ਉਹਨਾਂ ਨੂੰ ਇਹ ਕਿਤਾਬ ਦੀ ਕਾਪੀ ਦਿੱਤੀ ਅਤੇ ਆਖਿਆ ਕਿ ਦੇਖ, ਦੱਸ, ਇਹਨੂੰ ਪੜ੍ਹ ਕੇ ਦੱਸ ਕਿ ਇਹ ਆਜ਼ਾਦੀ ਆ ਗਈ, ਅਸੀਂ ਇਹੋ ਜਿਹੀ ਆਜ਼ਾਦੀ ਲਈ ਲੜੇ ਸੀ, ਅਸੀਂ ਇਹੋ ਜਿਹੀ ਆਜ਼ਾਦੀ ਲਈ ਆਪਣੀ ਜ਼ਿੰਦਗੀ ਲਾਈ ਸੀ। ਤੇ ਉਸ ਸਮਾਗਮ ਵਿੱਚ ਉਹਨਾਂ ਨੇ ਬੇਅੰਤ ਸਿੰਘ ਨੂੰ ਕੋਈ ਲੜ ਪੱਲਾ ਨਹੀਂ ਫੜਾਇਆ। ਤੇ ਜਿਸ ਤਰ੍ਹਾਂ ਬਲਜੀਤ ਸਿੰਘ ਹੋਰਾਂ ਨੇ ਦੱਸਿਆ ਕਿ ਬਾਬਾ ਜੀ ਨੂੰ ਦੇ ਦਸਤਖਤ ਕਰਵਾਉਣ ਲਈ ਬੰਦਾ ਵੀ ਭੇਜਿਆ ਗਿਆ, ਪਰ ਉਹ ਖਫਾ ਸਨ ਕਿ ਅਸੀਂ ਇਹੋ ਜਿਹੀ ਆਜ਼ਾਦੀ ਲਈ ਜਾਨਾਂ ਨਹੀਂ ਸੀ ਹੂਲੀਆਂ, ਇੰਨੀ ਤੰਗੀਆਂ ਨਹੀਂ ਸੀ ਝੱਲੀਆਂ, ਇੰਨੇ ਤਸ਼ੱਦਦ ਨਹੀਂ ਸੀ ਝੱਲੇ। ਤੇ ਗੁਰਵਿੰਦਰ ਜੀ, ਤੁਸੀਂ ਦੱਸੋਗੇ ਵੀ ਆਜ਼ਾਦੀ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਪਿੰਡ ਲਈ? ਪਿੰਡ ਦੇ ਸਰਪੰਚ ਰਹੇ ਉਹ 2 ਵਾਰ। ਹਾਂਜੀ, ਉਹ 2 ਟਰਮ ਰਹੀਆਂ ਉਹਨਾਂ ਦੀਆਂ ਜੀ, ਲਗਾਤਾਰ ਸਰਬਸੰਮਤੀ ਨਾਲ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਦੇ ਸਰਪੰਚ ਰਹੇ ਨੇ ਤੇ ਸਰਪੰਚ ਰਹਿੰਦੇ ਆ ਉਹਨਾਂ ਨੇ ਜੋ ਵੀ ਸਮਾਜ ਵਿੱਚ ਫੈਲੀਆਂ ਹੋਈਆਂ ਕੁਰੀਤੀਆਂ ਸੀਗੀਆਂ ਉਹਨਾਂ ਨੂੰ ਦੂਰ ਕਰਨ ਦੇ ਯਤਨ ਕੀਤੇ ਤੇ ਦੱਬੇ ਕੁਚਲੇ ਲਤਾੜੇ ਜਾ ਰਹੇ ਲੋਕਾਂ ਲਈ ਲਗਾਤਾਰ ਉਹ ਸੰਘਰਸ਼ੀਲ ਰਹੇ ਨੇ। ਸਾਰੀ ਉਮਰ ਉਹ ਉਹਨਾਂ ਲਈ ਲੜਦੇ ਰਹੇ ਨੇ ਤੇ ਉਸ ਟਾਈਮ ਵੀ ਉਹਨਾਂ ਨੇ ਪੰਚਾਇਤੀ ਜ਼ਮੀਨ ਦੇ ਵਿੱਚੋਂ ਜਦੋਂ ਕੋਈ ਮਤਲਬ ਦਲਿਤਾਂ ਨੂੰ ਤੇ ਲਤਾੜੇ ਹੋਏ ਲੋਕਾਂ ਨੂੰ ਲਵੇ ਨਹੀਂ ਸੀ ਲਾਉਂਦਾ, ਉਹਨਾਂ ਨੇ ਆਪਣੇ ਬਰੋਬਰ ਬਿਠਾਇਆ ਤੇ ਪੰਚਾਇਤੀ ਜ਼ਮੀਨ ਵਿੱਚੋਂ ਉਹਨਾਂ ਨੇ ਉਸ ਟਾਈਮ ਮਤਲਬ ਉਹਨਾਂ ਨੂੰ ਪਲਾਟ ਕੱਟ ਕੇ ਦਿੱਤੇ ਸਨ ਤੇ ਜਿਸ ਦਾ ਕਿ ਜ਼ਿਆਦਾਤਰ ਪਿੰਡ ਵਾਲਿਆਂ ਨੇ ਉਦੋਂ ਵਿਰੋਧ ਵੀ ਕਰਿਆ ਸੀ, ਪਰ ਉਹਨਾਂ ਨੇ ਵਿਰੋਧ ਨੂੰ ਦਰਕਨਾਰ ਕਰਦੇ ਹੋਏ ਉਹ ਜੋ ਆਪਣੀ ਸੋਚ ਸੀਗੀ ਉਸ ਤੋਂ ਉਹ ਥਿੜਕੇ ਨਹੀਂ, ਉਹ ਬਾਦਸਤੂਰ ਉਸ 'ਤੇ ਪਹਿਰਾ ਦਿੰਦੇ ਰਹੇ। ਮੈਂ ਯਾਦ ਕਰਾ ਦਿਆਂ, ਇੱਕ ਗੱਲ ਹੋਰ ਦੱਸ ਦਿਆਂ ਟੀਵੀ ਪੰਜਾਬ ਦੇ ਦਰਸ਼ਕਾਂ ਨੂੰ, ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ, ਕਿ 1929 ਦੇ ਨੇੜੇ ਤੇੜੇ ਉਹਨਾਂ ਨੇ ਇਹ ਜਿਹੜਾ ਕੁੱਪ ਅਜਿੱਤ ਕੇ ਪਿੰਡ ਦੇ ਨੇੜਿਓਂ ਜਿਹੜਾ ਰੇਲ ਵਿੱਚ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਕਿਉਂਕਿ ਉਦੋਂ ਤੱਕ ਭਗਤ ਸਿੰਘ ਗ੍ਰਿਫਤਾਰ ਹੋ ਚੁੱਕੇ ਸਨ ਤੇ ਇੱਕ ਪਾਰਟੀ ਨੂੰ ਹਥਿਆਰਾਂ ਦੀ ਵੀ ਲੋੜ ਸੀ ਜਿੰਨੇ ਵੀ ਐਕਸ਼ਨ ਕਰਨ ਲਈ ਅੰਗਰੇਜ਼ਾਂ ਦੇ ਖਿਲਾਫ, ਅਤੇ ਭਗਤ ਸਿੰਘ ਨੂੰ ਛਡਾਉਣ ਲਈ ਉਹ ਚਾਰਾਜੋਈ ਕਰਨਾ ਚਾਹੁੰਦੇ ਸੀ। ਸੋ ਉਹਨਾਂ ਨੇ, ਕੁਝ ਬੰਦਿਆਂ ਨੇ ਰਲ ਕੇ ਜਾਂ ਪਾਰਟੀ ਦੇ ਕਹਿਣ ਤੇ ਉਹਨਾਂ ਨੇ ਇੱਥੇ ਕੁੱਪ ਅਜਿੱਤਵਾਲ ਵਿੱਚ ਰੇਲ ਰੋਕ ਕੇ ਸਰਕਾਰੀ ਖਜ਼ਾਨਾ ਲੁੱਟਣ ਦੀ ਕੋਸ਼ਿਸ਼ ਕੀਤੀ ਸੀ, ਪਰ ਭਾਵੇਂ ਉਹ ਕਾਮਯਾਬ ਨਹੀਂ ਹੋਏ, ਪਰ ਇਸੇ ਕੇਸ ਵਿੱਚ ਉਹਨਾਂ ਨੂੰ ਲੰਬਾ ਸਮਾਂ ਜੇਲ੍ਹ ਭੁਗਤਣੀ ਪਈ ਸੀ। ਤੇ ਕਿਤਾਬ ਦੇ ਮੁਤਾਬਕ ਉਹ ਬਾਬਾ ਜੀ ਫਿਰ ਭਗਤ ਸਿੰਘ ਹੋਰਾਂ ਨੂੰ ਕਦੋਂ ਮਿਲੇ?
ਇਹ ਜੀ ਮਤਲਬ ਜਦੋਂ ਸੈਂਟਰਲ ਜੇਲ੍ਹ ਲਾਹੌਰ ਦੇ ਵਿੱਚ ਆਖਰੀ ਸਮੇਂ ਸੀਗੇ ਭਗਤ ਸਿੰਘ ਉਹਨਾਂ ਦੀ ਫਾਂਸੀ ਤੋਂ ਤਕਰੀਬਨ ਇਹ 2-3 ਮਹੀਨੇ ਪਹਿਲਾਂ ਦੀ ਗੱਲ ਹੈ। ਤੇ ਉਦੋਂ ਭਗਤ ਸਿੰਘ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਜਦੋਂ ਅਸੀਂ ਸਾਰੇ ਇਨਕਲਾਬੀ ਅੰਗਰੇਜ਼ ਹਕੂਮਤ ਨੇ ਫੜ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ ਨੇ, ਤੇ ਉਸ ਸਮੇਂ ਦਾ ਜੋ ਪੰਜਾਬ ਦਾ ਆਈਜੀ ਸੀ ਪੁਲਿਸ ਦਾ, ਉਸਨੇ ਜਦੋਂ ਲੰਡਨ ਦੇ ਵਿੱਚ ਜਾ ਕੇ ਫੜ ਮਾਰੀ ਸੀ ਕਿ ਅਸੀਂ ਸਾਰੇ ਦਹਿਸ਼ਤ ਪਸੰਦ ਫੜ ਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤੇ ਨੇ ਤੇ ਕੋਈ ਵੀ ਬਾਹਰ ਨਹੀਂ ਹੈਗਾ। ਤੇ ਉਸ ਟਾਈਮ ਬਾਬਾ ਸਾਹਿਬ ਸਿੰਘ ਸਲਾਣਾ, ਹਰਨਾਮ ਸਿੰਘ ਚਮਕ ਲੋਹਟਬੱਦੀ ਤੇ ਨਾਹਨ ਰਿਆਸਤ ਦੇ ਚੌਧਰੀ ਸ਼ੇਰ ਜੰਗ ਉਹਨਾਂ ਨੇ ਜਦੋਂ ਇਹ ਕੁੱਪ ਜਿੱਤਵਾਲ ਸਰਕਾਰੀ ਖਜ਼ਾਨਾ ਲੁੱਟਣ ਦੀ ਜਿਹੜੀ ਐਕਸ਼ਨ ਕੀਤਾ ਸੀਗਾ, ਉਸ ਐਕਸ਼ਨ ਕਰਕੇ ਭਗਤ ਸਿੰਘ ਹੋਣਾ ਸਾਡੇ ਬਾਬਾ ਸਾਹਿਬ ਸਿੰਘ ਸਲਾਣਾ ਜੀ ਦੀ ਕਦਰ ਕਰਦੇ ਸੀ, ਉਹਨਾਂ ਦੀ ਇੱਜ਼ਤ ਕਰਦੇ ਸੀ, ਇਸ ਕੰਮ ਨੂੰ ਮਹਾਨ ਦੱਸਦੇ ਸੀਗੇ। ਕਿਉਂਕਿ ਉਦੋਂ ਸਾਰੇ ਇਨਕਲਾਬੀ ਫੜੇ ਹੋਣ ਕਰਕੇ ਅੰਗਰੇਜ਼ ਹਕੂਮਤ ਨੂੰ ਇਹ ਸੀ ਵੀ ਅਸੀਂ ਸਾਰੇ ਦਹਿਸ਼ਤ ਪਸੰਦ ਜਾਂ ਇਨਕਲਾਬੀ ਫੜ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ ਨੇ। ਤੇ ਉਸ ਸਮੇਂ ਬਾਬਾ ਜੀ ਹੁਣਾਂ ਨੇ ਇਹ ਐਕਸ਼ਨ ਕਰਕੇ ਇਸ ਅੰਗਰੇਜ਼ ਹਕੂਮਤ ਨੂੰ ਦਿਖਾ ਦਿੱਤਾ ਕਿ ਇਨਕਲਾਬੀਆਂ ਦੀ ਹੋਂਦ ਖਤਮ ਨਹੀਂ ਹੋਈ, ਉਹ ਅਜੇ ਵੀ ਹੈਗੇ ਹਨ। ਜਿਸ ਕਰਕੇ ਭਗਤ ਸਿੰਘ ਹੁਣੀ ਉਹਨਾਂ ਨੂੰ ਇੱਜ਼ਤ ਦਿੰਦੇ ਸਨ, ਮਾਣ ਕਰਦੇ ਸਨ ਉਹਨਾਂ ਤੇ। ਭਗਤ ਸਿੰਘ ਹੋਰਾਂ ਨੇ ਨੂੰ ਫਾਂਸੀ ਲੱਗਣ ਤੋਂ ਕੁਝ ਦਿਨ ਪਹਿਲਾਂ ਹੀ ਸੈਫੂਦੀਨ ਕਿਚਲੂ ਜੀ ਨੇ ਉਹਨਾਂ ਦੀ ਮੁਲਾਕਾਤ ਕਰਵਾਈ ਸੀ ਬਾਬਾ ਜੀ ਦੀ ਭਗਤ ਸਿੰਘ ਹੋਰਾਂ ਨਾਲ ਫਾਂਸੀ ਤੋਂ ਕੁਝ ਦਿਨ ਹੀ ਪਹਿਲਾਂ। ਤੇ ਉਦੋਂ ਭਗਤ ਸਿੰਘ ਹੋਰਾਂ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਬਹੁਤ ਵੱਡੀ ਘਾਲਣਾ ਘਾਲੀ ਹੈ ਤੇ ਉਹ ਇਸ ਗੱਲੋਂ ਖੁਸ਼ ਹਨ ਕਿ ਇਨਕਲਾਬ ਦੀ ਚਿੰਗ ਜ਼ਿੰਦਾ ਹੈ ਅਤੇ ਇਹ ਗੱਲ ਅੱਗੇ ਤੁਰ ਰਹੀ ਹੈ। ਅੱਛਾ, ਉਸ ਤੋਂ ਇਲਾਵਾ ਜੇਲ੍ਹ 'ਚੋਂ ਆ ਕੇ ਆਜ਼ਾਦੀ ਤੋਂ ਬਾਅਦ ਤਾਂ ਬਾਬਾ ਜੀ ਨੇ ਇੱਥੇ ਇਲਾਜ ਵੀ ਕਰਨਾ ਸ਼ੁਰੂ ਕੀਤਾ ਸੀ ਲੋਕਾਂ ਦਾ, ਕੋਈ ਵੈਦਗਿਰੀ ਉਹ ਸਿੱਖ ਕੇ ਆਏ ਸੀ ਜੇਲ੍ਹ 'ਚੋਂ। ਉਹ ਜੀ ਦਿਓਲੀ ਕੈਂਪ ਜੇਲ੍ਹ ਇੱਧਰ ਪਾਕਿਸਤਾਨ ਦੇ ਵਿੱਚ ਸੀਗੀ ਉਸ ਸਮੇਂ ਨਾ, ਜਦੋਂ ਮਤਲਬ ਇਹਨਾਂ ਨੂੰ ਇਸੇ ਟ੍ਰੇਨ ਡਕੈਤੀ ਦੇ ਅਧੀਨ ਸਜ਼ਾ ਹੋਈ ਸੀ। ਤਾਂ ਉਸ ਟਾਈਮ ਇੱਕ ਗੋਰਾ ਕੈਦੀ ਸੀ ਵਿਗਮੋਰ ਨਾਂ ਦਾ, ਅੰਗਰੇਜ਼ਾਂ ਦਾ ਹੀ, ਉਸ ਟਾਈਮ ਉਹਨਾਂ ਦੇ ਨਾਲ ਸੀਗਾ। ਤੇ ਇਹਨਾਂ ਦੀ ਡਿਊਟੀ ਉਸ ਟਾਈਮ ਹਸਪੀਟਲ ਦੇ ਵਿੱਚ ਲੱਗ ਗਈ ਸੀ। ਉਸ ਸਮੇਂ ਜੋ ਸਰਕਾਰੀ ਜੇਲ੍ਹ ਦਾ ਹਸਪਤਾਲ ਸੀ ਉਸ ਵਿੱਚ ਲੱਗਣ ਕਰਕੇ ਉਹ ਜੋ ਵੀ ਉਸ ਸਮੇਂ ਡਾਕਟਰ ਸਿਹਤ ਸਹੂਲਤਾਂ ਲਈ ਮਤਲਬ ਇਹਨਾਂ ਨੂੰ ਨਾਲ ਰੱਖਦੇ ਸਨ, ਜਿਸ ਕਰਕੇ ਉਹਨਾਂ ਨੂੰ ਥੋੜ੍ਹਾ ਬਹੁਤਾ ਇਲਾਜ ਦਾ ਜਿਹੜਾ ਮਨੁੱਖੀ ਸਿਹਤ ਦਾ ਇਲਾਜ ਕਿਸ ਤਰ੍ਹਾਂ ਹੋਣਾ, ਉਹਨਾਂ ਦੇ ਗੁਰ ਇਹਨਾਂ ਨੇ ਜੇਲ੍ਹ 'ਚੋਂ ਸਿੱਖ ਲਏ ਸਨ, ਜਿਹੜੇ ਕਿ ਇਹਨਾਂ ਨੇ ਬਾਅਦ ਵਿੱਚ ਆ ਕੇ ਬਾਹਰ ਆ ਕੇ ਉਹ ਆਪਣੇ ਲੋਕਾਂ ਦੀ ਸੇਵਾ ਡਾਕਟਰੀ ਦੇ ਤੌਰ 'ਤੇ ਵੀ ਕਰਦੇ ਰਹੇ ਜੀ। ਸੋ ਉਹ ਇਸ ਤਰ੍ਹਾਂ ਵੀ ਲੋਕ ਸੇਵਾ ਵਿੱਚ ਲੱਗੇ ਰਹੇ, ਆਖਰੀ ਦਮ ਤੱਕ ਉਹ ਆਪਣਾ ਕਰਮ ਕਰਦੇ ਰਹੇ, ਕਰਮਸ਼ੀਲ ਰਹੇ। 1904 ਦੇ ਨੇੜੇ ਤੇੜੇ ਜਨਮੇ ਬਾਬਾ ਜੀ 2001 ਵਿੱਚ, ਅਪ੍ਰੈਲ 2001 ਵਿੱਚ ਇਹ ਦੁਨੀਆ ਛੱਡ ਕੇ ਜਾਂਦੇ ਨੇ। ਉਸ ਤੋਂ ਕੁਝ ਦਿਨ ਪਹਿਲਾਂ ਹੀ ਦੇਸ਼ ਭਗਤ ਯਾਦਗਾਰ ਹਾਲ ਵਿੱਚ ਗਦਰੀ ਬਾਬਿਆਂ ਦੇ ਮੇਲੇ ਤੇ ਉਹਨਾਂ ਨੇ ਹੀ ਝੰਡਾ ਝੁਲਾਇਆ ਸੀ, ਜਿਹੜੀ ਝੰਡਾ ਝੁਲਾਉਣ ਦੀ ਆਏ ਸਾਲ ਰਸਮ ਹੁੰਦੀ ਹੈ। ਅਤੇ ਇੱਕ ਗੱਲ ਹੋਰ ਜੋ ਜ਼ਿਕਰਯੋਗ ਹੈ ਕਿ ਪਿੰਡ ਵਿੱਚ ਉਹਨਾਂ ਬਾਰੇ ਪ੍ਰਚਾਰ ਉਸ ਤਰ੍ਹਾਂ ਨਹੀਂ ਕਿ ਜਿਵੇਂ ਹੋਣਾ ਚਾਹੀਦਾ ਸੀ। ਉਹਨਾਂ ਨੇ ਸਾਰੀ ਉਮਰ ਲੇਖੇ ਲਾਈ ਤੇ ਫਿਰ ਉਹ 2 ਵਾਰੀ ਉਹ ਸਰਪੰਚ ਰਹੇ, ਉਹ ਲੋਕਾਂ ਨੂੰ ਦਵਾਈ ਵੀ ਦਿੰਦੇ ਰਹੇ, ਲੋਕਾਂ ਦਾ ਇਲਾਜ ਕਰਦੇ ਰਹੇ। ਫਿਰ ਵੀ ਤੁਹਾਡੇ ਪਿੰਡ ਵਿੱਚ ਹੋਰਾਂ ਦੀ ਮਾਨਤਾ, ਮੜੀਆਂ ਮਸਾਣਾਂ ਦੀ ਮਾਨਤਾ ਹੈ ਤੇ ਬਾਬਾ ਜੀ ਨੂੰ ਐਕਸ਼ਨ ਕਰਕੇ ਜਿਹੜਾ ਕੁੱਪ ਅਜਿੱਤਵਾਲ ਵਾਲਾ ਖਜ਼ਾਨਾ ਲੁੱਟਣ ਵਾਲਾ ਜਿਹੜਾ ਟ੍ਰੇਨ 'ਚੋਂ ਐਕਸ਼ਨ ਸੀ, ਉਹਦੇ ਕਰਕੇ ਚੋਰ ਕਿਹਾ ਜਾਂਦਾ ਰਿਹਾ। ਮੈਂ ਪਿੱਛੇ ਜੇ ਤੁਹਾਡੇ ਕੁਝ ਵਿਦਿਆਰਥੀਆਂ ਨੂੰ ਸਕੂਲ 'ਚ ਮਿਲੀ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਉਹਨਾਂ ਨੂੰ ਤਾਂ ਚੋਰ ਡਾਕੂ ਕਿਹਾ ਜਾਂਦਾ ਹੈ। ਕਿਤੇ ਇਹ ਕਿੱਥੇ ਕਮੀ ਰਹਿ ਗਈ ਕਿ ਉਹਨਾਂ ਨੂੰ ਇਸ ਤਰ੍ਹਾਂ ਸੋਚਿਆ ਜਾ ਰਿਹਾ? ਇਹ ਮੌਜੂਦਾ ਸਮਾਂ ਜੀ ਜਿਹੜਾ ਚੱਲ ਰਿਹਾ, ਜੋ ਮਤਲਬ ਪੂੰਜੀਵਾਦੀ ਸਿਸਟਮ ਦੇ ਵਿੱਚ ਜੋ ਸਮਾਜਵਾਦ ਦੀ ਸਥਾਪਨਾ ਚਾਹੁੰਦੇ ਸਨ, ਜੋ ਦੇਸ਼ ਭਗਤ ਗਦਰੀ ਬਾਬੇ ਸਾਡੇ ਭਗਤ ਸਿੰਘ ਸਰਾਭੇ ਜੋ ਸਮਾਜਵਾਦ ਸਿਰਜਣਾ ਚਾਹੁੰਦੇ ਸਨ, ਉਹ ਮੌਜੂਦਾ ਪੂੰਜੀਵਾਦੀ ਸਿਸਟਮ ਨੂੰ ਮਨਜ਼ੂਰ ਨਹੀਂ ਹੈਗਾ ਜੀ। ਜਿਸ ਕਰਕੇ ਮਤਲਬ ਜੋ ਰਵਾਇਤੀ ਜੋ ਵੀ ਪਾਰਟੀਆਂ ਰਹੀਆਂ ਨੇ, ਸੱਤਾ ਹੰਢਾ ਚੁੱਕੀਆਂ ਨੇ, ਉਹ ਉਸ ਸੋਚ ਨੂੰ ਪ੍ਰਫੁੱਲਤ ਨਹੀਂ ਕਰਦੀਆਂ ਗੀਆਂ। ਤੇ ਜਿਸ ਕਾਰਨ ਹੁਣ ਅਸੀਂ ਆਪਣੇ ਤੌਰ ਤੇ ਚਲੋ ਬਾਬਾ ਜੀ ਦੇ ਸ਼ਹੀਦੀ ਦਿਨ ਤੇ ਇੱਥੇ ਲਾਉਂਦੇ ਹਾਂ, ਆਪਣਾ ਜੋ ਵੀ ਜਿੰਨਾ ਕੁ ਆਪਣੇ ਸਾਰ ਕਰ ਸਕਦੇ ਹਾਂ ਕਰਦੇ ਹਾਂ, ਪਰ ਮਤਲਬ ਪਿੰਡ ਵਿੱਚ ਕਹਿੰਦੇ ਵੀ ਆ ਤਾਂ ਵੀ ਲੋਕ ਉਸ ਤਰ੍ਹਾਂ ਦਾ ਹੁੰਗਾਰਾ ਨਹੀਂ ਦਿੰਦੇ, ਕਿਉਂਕਿ ਵਿਗਿਆਨਕ ਤੌਰ ਤੇ ਉਹ ਵਿਗਿਆਨਕ ਨਜ਼ਰੀਏ ਤੋਂ ਮਤਲਬ ਸਮਾਜ ਨੂੰ ਸੇਧ ਦਿੰਦੇ ਸਨ, ਅਗਾਂਹ ਵਧੂ ਵਿਚਾਰਾਂ ਦੇ ਧਾਰਨੀ ਸਨ। ਪਰ ਸਾਡਾ ਸਮਾਜ ਸਾਡੀ ਤਰਾਸਦੀ ਹੈ ਜੀ, ਅਸੀਂ ਅੱਜ ਵੀ ਰੂੜੀਵਾਦੀ ਸਮਾਜ ਦੇ ਵਿੱਚ ਹੀ ਬੈਠੇ ਹਾਂ ਤੇ ਉਹਦੀਆਂ ਜੜ੍ਹਾਂ ਇੰਨੀਆਂ ਕੁ ਡੂੰਘੀਆਂ ਨੇ ਕਿ ਸ਼ਹੀਦ ਆਜ਼ਮ ਭਗਤ ਸਿੰਘ ਹੋਣਾ ਨੇ ਵੀ ਆਪਣੀ ਵਿਗਿਆਨਕ ਵਿਚਾਰਧਾਰਾ ਲੋਕਾਂ ਅੱਗੇ ਰੱਖੀ ਤੇ ਉਹਨਾਂ ਦੇ ਗਾਹਾਂ ਰਹਿਬਰਾਂ ਨੇ ਜਾਂ ਉਹਨਾਂ ਦੇ ਜਿਹੜੇ ਮਾਰਗਦਰਸ਼ਕ ਤੇ ਚੱਲ ਕੇ ਉਹਨਾਂ ਦੇ ਜਿਹੜੇ ਸੀਗੇ ਸਾਥੀ, ਉਹਨਾਂ ਨੇ ਵੀ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਅਪਣਾ ਕੇ ਸਮਾਜ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਪਰ ਸਾਡੀ ਤਰਾਸਦੀ ਹੈ ਕਿ ਅਸੀਂ ਉਹਨਾਂ ਦੇ ਵਿਗਿਆਨਕ ਨਜ਼ਰੀਏ ਨੂੰ ਅਪਣਾ ਨਹੀਂ ਸਕੇ।
ਕਿਉਂਕਿ ਅਸੀਂ ਮਤਲਬ ਪਿਛਾਂਹ ਖਿੱਚੂ ਵਿਚਾਰਾਂ ਨਾਲੋਂ ਅੱਜ ਤੱਕ ਅਸੀਂ ਆਪਣੇ ਪੱਲੇ ਨਾਲ ਬੰਨੀ ਬੈਠੇ ਹਾਂ, ਜਿਸ ਕਰਕੇ ਇਹ ਮਤਲਬ ਇਹ ਜਿਹੜੇ ਚੰਗੇ ਬੁੱਧੀਜੀਵੀ ਜੋ ਸਮਾਜ ਲਈ ਇੰਨਾ ਸੰਘਰਸ਼ ਕਰਕੇ ਆਪਣੀਆਂ ਜ਼ਿੰਦਗੀਆਂ ਸਾਡੇ ਲਈ ਲੇਖੇ ਲਾ ਗਏ ਤੇ ਸਾਡੇ ਸਮਾਜ ਨੂੰ, ਸਾਡੇ ਪਿੰਡਾਂ ਨੂੰ, ਸਾਡੇ ਏਰੀਏ ਨੂੰ ਉਹਨਾਂ ਬਾਰੇ ਇਲਮ ਨਹੀਂ, ਉਹਨਾਂ ਬਾਰੇ ਜਾਣਕਾਰੀ ਨਹੀਂ, ਜੋ ਕਿ ਇਸ ਘਟੀਆ ਸ਼ਬਦਾਂ ਨਾਲ ਉਹਨਾਂ ਨੂੰ ਸੰਬੋਧਨ ਕਰਦੇ ਨੇ। ਨਹੀਂ, ਪਰ ਤੁਹਾਡਾ ਸਭ ਦਾ ਵੀ ਤਾਂ ਕਸੂਰ ਹੈ ਨਾ, ਕਿਤੇ ਪਿਆਰ ਕਰਨ ਵਾਲਿਆਂ ਦਾ ਉਹਨਾਂ ਨੂੰ। ਤੇ ਇੱਕ ਗੱਲ ਹੋਰ ਮੈਂ ਇਹ ਵੀ ਕਹਿਣਾ, ਇਹ ਵੀ ਜ਼ਿਕਰ ਕਰਦੇ ਹਾਂ ਮੈਂ ਕਿ ਇਹ ਪਿੰਡ ਕਿਉਂਕਿ ਕੈਪਟਨ ਕਮਲਜੀਤ ਸਿੰਘ ਹੋਰਾਂ ਦਾ ਵੀ ਪੈਂਦਾ, ਸਵਰਗੀ ਕੈਪਟਨ ਕਮਲਜੀਤ ਸਿੰਘ ਇਸੇ ਪਿੰਡ ਦੇ ਸਨ ਅਤੇ ਇੱਕ ਅਜ਼ੀਮ ਹਸਤੀ ਬਾਬਾ ਸਾਹਿਬ ਸਿੰਘ ਸਲਾਣਾ ਦੇ ਹੁੰਦਿਆਂ ਇਸ ਪਿੰਡ ਦੇ ਸਕੂਲ ਦਾ ਨਾਂ ਕੈਪਟਨ ਕਮਲਜੀਤ ਸਿੰਘ ਦੇ ਪਿਤਾ ਸਰਦਾਰ ਦਾਰਾ ਸਿੰਘ ਹੋਰਾਂ ਦੇ ਨਾਂ ਤੇ ਹੈ ਤੇ ਉਹਨਾਂ ਦੇ ਨਾਂ ਨਾਲ ਉਹਨਾਂ ਨਾਲ ਕੋਈ ਇਤਰਾਜ਼ ਨਹੀਂ ਹੋ ਸਕਦਾ ਕਿਸੇ ਨੂੰ ਵੀ। ਪਰ ਬਾਬਾ ਜੀ ਦੀ ਯਾਦ ਵਿੱਚ ਕੀ ਹੋਇਆ ਇੱਥੇ ਜਿਨ੍ਹਾਂ ਨੇ ਜਾਨ ਲਾ ਦਿੱਤੀ? ਹਾਂ, ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਹੈ ਕਿ ਪਿੰਡ ਵਿੱਚ ਆ ਕੇ ਵਸੇ ਗੁਰਜੀਤ ਸਿੰਘ ਹੋਰਾਂ ਨੇ ਸ਼ਾਇਦ ਆਪਣੀ ਦੁਕਾਨ ਤੇ ਬਾਬਾ ਜੀ ਦੀ ਇੱਕ ਤਸਵੀਰ ਲਾਈ ਹੋਈ ਹੈ। ਹਾਂਜੀ, ਮੇਰੀ ਦੇਖੋ ਜੀ ਹੈ ਨਾ, ਜਿੰਨਾ ਕੁ ਅਸੀਂ ਬਾਬਾ ਜੀ ਬਾਰੇ ਸੁਣਿਆ, ਮਤਲਬ ਉਦੋਂ ਉਮਰ 11 ਸਾਲ ਸੀਗੀ ਜਦੋਂ ਇਹਨਾਂ ਦੀ ਡੈਥ ਹੋ ਚੁੱਕੀ ਸੀ ਬਾਬਾ ਜੀ ਦੀ। ਤੇ ਅਸੀਂ ਤਾਂ ਉਹਨਾਂ ਦੀ ਕਿਤਾਬ ਪੜ੍ਹ ਕੇ ਉਹਨਾਂ ਤੋਂ ਸੇਧ ਲੈ ਕੇ ਹੀ ਹੈ ਨਾ, ਉਹਨਾਂ ਦੀ ਸੋਚ ਨੂੰ ਅੱਗੇ ਵਧਾਉਣ ਲਈ ਪਿੰਡ 'ਚ ਲਾਇਬ੍ਰੇਰੀ ਬਣਾਈ ਹੋਈ ਹੈ ਜੀ। ਉਹਨਾਂ ਦੀਆਂ ਕਿਤਾਬਾਂ ਉੱਥੇ ਰੱਖੀਆਂ ਹੋਈਆਂ ਨੇ ਤੇ ਆਲੇ ਦੁਆਲੇ ਦੇ ਲੋਕਾਂ ਨੂੰ ਔਰ ਪਿੰਡ ਦੇ ਲੋਕਾਂ ਨੂੰ ਪੜ੍ਹਨ ਵਾਸਤੇ ਵੀ ਉੱਥੇ ਆ ਕੇ ਪੜ੍ਹੋ, ਵੀ ਉਹਨਾਂ ਦੀ ਸੋਚ ਨੂੰ ਅੱਗੇ ਵਧਾਈਏ। ਤੇ ਉਹਨਾਂ ਦੀ ਇੱਕ ਫੋਟੋ ਆ ਬਲਜੀਤ ਵੀਰ ਜੀ ਉਹਨਾਂ ਤੋਂ ਲੈ ਕੇ ਮੈਂ ਦੁਕਾਨ ਦੇ ਉੱਤੇ ਲਾਈ ਹੈ, ਜਿਹਨੂੰ ਲੋਕ ਪੁੱਛਦੇ ਨੇ ਵੀ ਹਾਂ ਇਹ ਕੌਣ ਨੇ, ਤਾਂ ਅਸੀਂ ਦੱਸ ਦਈਦਾ ਵੀ ਇਹ ਬਾਬਾ ਜੀ ਨੇ। ਇਹ ਕਹਿੰਦੇ ਨੇ ਕੌਣ ਨੇ, ਫਿਰ ਉਹਨਾਂ ਨੂੰ ਦੱਸੀਦਾ ਇਹ ਸਾਡੇ ਸਾਰਿਆਂ ਦੇ ਬਜ਼ੁਰਗ ਨੇ। ਸੋ ਤੁਸੀਂ ਦੇਖ ਰਹੇ ਹੋ ਕਿ ਜੋ ਪਿੰਡ ਹੈ, ਪਿੰਡ ਨੇ ਆਪਣੇ ਬਜ਼ੁਰਗ ਨੂੰ ਨਕਾਰ ਦਿੱਤਾ, ਪਰ ਪਿੰਡ ਵਿੱਚ ਆ ਕੇ ਵਸੇ, ਆਪਣੀ ਨਾਨਕਾ ਢੇਰੀ ਤੇ ਆ ਕੇ ਵਸੇ ਗੁਰਜੀਤ ਸਿੰਘ ਹੋਰਾਂ ਨੇ ਆਪਣੀ ਦੁਕਾਨ ਵਿੱਚ ਉਹ ਫੋਟੋ ਲਾਈ ਹੋਈ ਹੈ। ਤੇ ਕਿਤੇ ਨਾ ਕਿਤੇ ਪਿੰਡ ਦੇ ਨਾਲ ਨਾਲ ਸਾਡਾ ਜਿਹੜਾ ਇੱਕ ਇਕਾਈ ਹੈ, ਸਿਆਸੀ ਇਕਾਈ ਪੰਚਾਇਤ ਤੇ ਜਿਹੜੇ ਵੀ ਇੱਥੋਂ ਦੇ ਸਿਆਸੀ ਲੀਡਰ ਨੇ ਉਹਨਾਂ ਦੀ ਵੀ ਕਿਤੇ ਕਮੀ ਹੈ ਕਿ ਬਾਬਾ ਜੀ ਨੂੰ ਉਸ ਤਰ੍ਹਾਂ ਪਛਾਣ ਬਾਬਾ ਜੀ ਨੂੰ ਨਹੀਂ ਦਿੱਤੀ ਗਈ। ਹਾਲਾਂਕਿ ਬਾਬਾ ਜੀ ਜਿਹੜੇ ਜਾਣਦੇ ਨੇ, ਇਤਿਹਾਸ ਤੋਂ ਜਾਣੂ ਨੇ, ਉਹ ਬਾਬਾ ਜੀ ਦੀ ਕਦਰ ਕਰਦੇ ਨੇ, ਪਾਰਟੀਆਂ ਕਦਰ ਕਰਦੀਆਂ ਨੇ, ਜਿਹੜੀਆਂ ਜਾਣਦੀਆਂ ਨੇ ਕਿ ਉਹਨਾਂ ਨੇ ਕੰਮ ਕੀਤਾ। ਤੇ ਬਲਜੀਤ ਸਿੰਘ ਜੀ, ਕੀ ਤੁਹਾਨੂੰ ਕੋਈ ਨੌਕਰੀ ਜਾਂ ਤੁਹਾਨੂੰ ਬਾਅਦ ਵਿੱਚ ਕੋਈ ਪੈਨਸ਼ਨ, ਕਿਉਂਕਿ ਜੇ ਬੇਅੰਤ ਸਿੰਘ ਹੋਰਾਂ ਨੇ ਬੰਦਾ ਭੇਜਿਆ, ਬਾਬਾ ਜੀ ਨੇ ਮੋੜ ਦਿੱਤਾ, ਤਾਂ ਤੁਹਾਡੇ ਤੱਕ ਤਾਂ ਪਹੁੰਚ ਕੀਤੀ ਜਾ ਸਕਦੀ ਸੀ, ਕਿਉਂਕਿ ਤੁਹਾਡੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਜਾਪਦੀ। ਨਾ ਜੀ, ਸਾਨੂੰ ਕਿਸੇ ਨੇ ਕੋਈ ਉਹ ਨਹੀਂ ਕੀਤੀ ਹੈਗੀ, ਬਿਲਕੁਲ ਵੀ ਪੈਨਸ਼ਨ ਬਾਰੇ ਸਾਨੂੰ ਕੁਛ ਕਿਸੇ ਨੇ ਕਿਹਾ। ਬਾਕੀ ਅਸੀਂ ਵੀ ਨਹੀਂ ਸੀ ਚਾਹੁੰਦੇ ਵੀ ਜਦ ਬਾਬਾ ਜੀ ਨੇ ਪੈਨਸ਼ਨ ਲਈ ਸਾਡਾ ਦੇਸ਼ ਹੀ ਨਹੀਂ ਆਜ਼ਾਦ ਹੋਇਆ, ਉਹਨਾਂ ਦੇ ਜੋ ਸੁਪਨੇ ਸੀ ਉਹ ਪੂਰੇ ਨਹੀਂ ਹੋਏ। ਜਾਣੀ ਤੁਸੀਂ ਪੈਨਸ਼ਨ ਲੈਣੀ ਨਹੀਂ ਸੀ ਚਾਹੁੰਦੇ? ਪੈਨਸ਼ਨ ਨਹੀਂ ਲੈਣੀ ਚਾਹੁੰਦੇ ਸੀਗੇ। ਕੋਈ ਨੌਕਰੀ ਵੀ ਨਹੀਂ? ਕੋਈ ਨੌਕਰੀ ਵੀ ਨਹੀਂ ਜੀ। ਸੋ ਇਹ ਹੈ ਸਾਹਿਬ ਸਿੰਘ ਸਲਾਣਾ ਦੀ ਵਿਰਾਸਤ ਜੋ ਉਹਨਾਂ ਦਾ ਪਰਿਵਾਰ ਅੱਗੇ ਤੋਰ ਰਿਹਾ ਹੈ। ਉਹਨਾਂ ਦੇ ਪਰਿਵਾਰ ਦਾ ਅੱਗੋਂ ਉਹਨਾਂ ਦਾ ਪੋਤਰਾ ਲੱਗਦਾ ਬਲਜੀਤ ਸਿੰਘ, ਉਹਦਾ ਕਹਿਣਾ ਹੈ ਕਿ ਨਾ ਸਾਨੂੰ ਪੈਨਸ਼ਨ ਚਾਹੀਦੀ ਹੈ ਤੇ ਨਾ ਸਾਨੂੰ ਕੋਈ ਨੌਕਰੀ ਜਾਂ ਕੋਈ ਹੋਰ ਸਹੂਲਤ, ਕਿਉਂਕਿ ਅਜੇ ਆਜ਼ਾਦੀ ਤਾਂ ਉਹ ਆਜ਼ਾਦੀ ਨਹੀਂ ਆਈ ਜੋ ਬਾਬਾ ਸਾਹਿਬ ਸਿੰਘ ਸਲਾਣਾ ਨੇ ਸੁਪਨਾ ਲਿਆ ਸੀ, ਉਹ ਆਜ਼ਾਦੀ ਨਹੀਂ ਆਈ। ਤੇ ਇਸ ਦੇ ਨਾਲ ਹੀ ਮੈਂ ਸਾਰੇ ਪਿੰਡ ਵਾਲਿਆਂ ਦੀ ਤੇ ਬਲਜੀਤ ਸਿੰਘ ਹੋਰਾਂ ਦੀ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਸਮਾਂ ਦਿੱਤਾ ਤੇ ਅਸੀਂ ਸਾਰੇ ਬਾਬਾ ਜੀ ਦੀ ਸਮਾਰਕ ਤੇ ਨਤਮਸਤਕ ਹੁੰਦੇ ਹਾਂ, ਬਾਬਾ ਜੀ ਨੂੰ ਸਿਰ ਝੁਕਾਉਂਦੇ ਹਾਂ। ਬਹੁਤ ਸ਼ੁਕਰੀਆ। ਤੁਸੀਂ ਟੀਵੀ ਪੰਜਾਬ ਦੇਖਦੇ ਰਹੋ ਤੇ ਅਸੀਂ ਇਸੇ ਤਰ੍ਹਾਂ ਤੁਹਾਨੂੰ ਹੋਰ ਇਹੋ ਜਿਹੀਆਂ ਖਬਰਾਂ ਤੋਂ ਜਾਣੂ ਕਰਵਾਉਂਦੇ ਰਵਾਂਗੇ, ਇਹੋ ਜਿਹੀਆਂ ਚੀਜ਼ਾਂ ਤੋਂ, ਇਤਿਹਾਸ ਦੇ ਪੰਨਿਆਂ ਤੋਂ ਜਾਣੂ ਕਰਵਾਉਂਦੇ ਰਵਾਂਗੇ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।